ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਖੀ ਆਪ ਪਕਾ ਕੇ ਛਕਣ ਵਾਲੇ ਸੰਨਿਆਸੀ ਨੂੰ ਉਪਦੇਸ਼। ਸ੍ਰੀ ਗੁਰੂ ਅਮਰਦਾਸ ਜੀ ਦੀ ਵਡਿਆਈ ਸੁਣ ਕੇ ਇੱਕ ਸੰਨਿਆਸੀ ਉਹਨਾਂ ਦੇ ਦਰਸ਼ਨਾਂ ਲਈ ਆਇਆ। ਉਸਦੇ ਮਨ ਵਿੱਚ ਪ੍ਰਬਲ ਇੱਛਾ ਸੀ ਕਿ ਮੈਂ ਕਿਸੇ ਪੂਰਨ ਬ੍ਰਹਮ ਗਿਆਨੀ ਤੋਂ ਗੁਰੂ ਉਪਦੇਸ਼ ਲੈ ਕੇ ਆਪਣਾ ਜੀਵਨ ਸਫਲ ਕਰਾਂ। ਸੇਵਕਾਂ ਦੇ ਸਾਹਮਣੇ ਉਸਨੇ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਜ਼ਾਹਰ ਕੀਤੀ। ਜਵਾਬ ਮਿਲਿਆ ਕਿ ਪਹਿਲਾਂ ਤੁਸੀਂ ਲੰਗਰ ਵਿੱਚ ਭੋਜਨ ਛਕ ਕੇ ਆਓ, ਤਦ ਗੁਰੂ ਜੀ ਦੇ ਦਰਸ਼ਨ ਕਰਨੇ। ਉਹ ਨਾਪਾਕੀ ਦੇ ਦ੍ਰਿਸ਼ਟੀਕੋਣ ਨੂੰ ਸਨਮੁਖ ਰੱਖ ਕੇ ਆਪਣੇ ਲਈ ਭੋਜਨ ਆਪ ਤਿਆਰ ਕਰਦਾ ਸੀ। ਕਿਸੇ ਦੂਜੇ ਦਾ ਤਿਆਰ ਕੀਤਾ ਭੋਜਨ ਉਹ ਸੰਨਿਆਸੀ ਨਹੀਂ ਛਕਦਾ ਸੀ, ਭਲੇ ਹੀ ਤਿਆਰ ਕਰਨ ਵਾਲਾ ਉੱਚ ਜਾਤੀ ਦਾ ਕਿਉਂ ਨਾ ਹੋਵੇ। ਉਸ ਸੰਨਿਆਸੀ ਨੇ ਸੇਵਕਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਤਾਂ ਤੁਸੀਂ ਰਸਦ ਦੇ ਦਿਓ, ਮੈਂ ਆਪ ਪਕਾ ਲਵਾਂਗਾ। ਇਹ ਮੇਰੇ ਜੀਵਨ ਭਰ ਦਾ ਵਰਤ ਹੈ। ਦੂਸਰਿਆਂ ਦੁਆਰਾ ਤਿਆਰ ਕੀਤਾ ਭੋਜਨ ਮੈਂ ਨਹੀਂ ਛਕਦਾ। ਸੇਵਕਾਂ ਨੇ ਇਸ ਗੱਲ ਦੀ ਚਰਚਾ ਗੁਰੂ ਜੀ ਵੱਲ ਕੀਤੀ। ਉਹਨਾਂ ਨੇ ਕਿਹਾ, ਠੀਕ ਹੈ, ਹੁਣ ਤਾਂ ਉਸਨੂੰ ਤੁਸੀਂ ਰਸਦ ਦੇ ਦਿਓ। ਸੇਵਕਾਂ ਨੇ ਆਗਿਆ ਅਨੁਸਾਰ ਅਜਿਹਾ ਹੀ ਕੀਤਾ। ਸੰਨਿਆਸੀ ਰਸਦ ਲੈ ਕੇ ਵਾਪਿਸ ਨਦੀ ਦੇ ਕੰਢੇ ਕਿਸੇ ਇਕਾਂਤ ਸਥਾਨ 'ਤੇ ਜਾ ਕੇ ਆਪਣਾ ਭੋਜਨ ਤਿਆਰ ਕਰਨ ਲੱਗਾ ਅਤੇ ਉੱਥੇ ਹੀ ਭੋਜਨ ਛਕ ਕੇ ਆ ਗਿਆ। ਜਦੋਂ ਉਹ ਗੁਰੂ ਜੀ ਦੇ ਸਾਹਮਣੇ ਪਹੁੰਚਿਆ ਤਾਂ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ, ਅਸੀਂ ਅੱਜ ਇੱਕ ਅਜਿਹੇ ਸਾਧਕ ਨੂੰ ਵੇਖਿਆ ਹੈ ਜਿਸ ਨੇ ਆਪਣਾ ਪਵਿੱਤਰ ਭੋਜਨ ਤਿਆਰ ਕਰਕੇ ਗੰਦੇ ਚਮੜੇ ਦੀ ਥੈਲੀ ਵਿੱਚ ਪਾ ਦਿੱਤਾ ਹੈ। ਗੁਰੂ ਜੀ ਦਾ ਇਹ ਵਿਅੰਗ ਸੰਨਿਆਸੀ ਨੂੰ ਸਮਝ ਨਾ ਆਇਆ। ਉਹ ਜਵਾਬ ਵਿੱਚ ਬੋਲਿਆ, ਅਜਿਹਾ ਕਿਹੜਾ ਮੂਰਖ ਹੈ ਜਿਹਨੇ ਅਜਿਹਾ ਘੋਰ ਦੋਸ਼ ਕੀਤਾ ਹੈ। ਗੁਰੂ ਜੀ ਨੇ ਕਿਹਾ, ਉਹ ਮੇਰੇ ਸਾਹਮਣੇ ਹੀ ਖੜਾ ਹੈ। ਇਸ ਉੱਤੇ ਸੰਨਿਆਸੀ ਬੁਖਲਾ ਗਿਆ ਅਤੇ ਬੋਲਿਆ, ਉਹ ਕੋਈ ਹੋਰ ਹੋਵੇਗਾ। ਮੈਂ ਤਾਂ ਪਵਿੱਤਰਤਾ ਦਾ ਅਖੀਰ ਸੀਮਾ ਤੱਕ ਧਿਆਨ ਰੱਖਦਾ ਹਾਂ ਅਤੇ ਤਦ ਤੱਕ ਭੋਜਨ ਨਹੀਂ ਕਰਦਾ ਜਦੋਂ ਤੱਕ ਮੈਨੂੰ ਵਿਸ਼ਵਾਸ ਨਾ ਹੋ ਜਾਵੇ ਕਿ ਭੋਜਨ ਪੂਰਨ ਸਨਾਤਨ ਢੰਗ ਅਨੁਸਾਰ ਤਿਆਰ ਹੋਇਆ ਹੈ। ਗੁਰੂ ਜੀ ਨੇ ਉਸਨੂੰ ਕਿਹਾ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਸੀਂ ਕਿਹਾ ਹੈ ਕਿ ਪਵਿੱਤਰ ਭੋਜਨ ਨੂੰ ਉਸਨੇ ਚਮੜੇ ਦੀ ਗੰਦੀ ਥੈਲੀ ਵਿੱਚ ਪਾਇਆ ਹੈ। ਸੰਨਿਆਸੀ ਨੂੰ ਫਿਰ ਠੋਕਰ ਲੱਗੀ। ਉਹ ਫਿਰ ਬੋਲਿਆ, ਮੈਨੂੰ ਸਮਝ ਨਹੀਂ ਆਇਆ, ਗੁਰੂ ਜੀ ਤੁਸੀਂ ਕੀ ਕਹਿ ਰਹੇ ਹੋ। ਸ੍ਰੀ ਗੁਰੂ ਅਮਰਦਾਸ ਜੀ ਦੁਬਾਰਾ ਬੋਲੇ, ਇਹ ਸਾਡਾ ਸਰੀਰ ਇੱਕ ਗੰਦੇ ਚਮੜੇ ਦੀ ਥੈਲੀ ਹੀ ਤਾਂ ਹੈ। ਇਸ ਵਿੱਚ ਪਵਿੱਤਰ ਅਨਾਜ ਪਾਣੀ ਪਾਉਂਦੇ ਹੀ ਮਲ ਮੂਤਰ ਵਿੱਚ ਪ੍ਰਵਿਰਤ ਹੋ ਜਾਂਦਾ ਹੈ ਅਤੇ ਉਸ ਵਿੱਚ ਬਦਬੂ ਭਰ ਜਾਂਦੀ ਹੈ। ਕੀ ਇਹ ਠੀਕ ਨਹੀਂ? ਸੰਨਿਆਸੀ ਨੇ ਸਿਰ ਝੁਕਾ ਲਿਆ ਅਤੇ ਕਿਹਾ, ਮੈਨੂੰ ਮਾਫ਼ ਕਰੋ, ਮੈਂ ਕੁਦਰਤ ਦਾ ਰਹੱਸ ਜਾਣ ਹੀ ਨਹੀਂ ਪਾਇਆ, ਅਗਿਆਨਤਾ ਵਿੱਚ ਹੀ ਰਿਹਾ। ਹੁਣ ਗਿਆਨ ਪਾਉਣ ਦੀ ਇੱਛਾ ਪ੍ਰਗਟ ਹੋਈ ਹੈ, ਇਸ ਲਈ ਤੁਹਾਡੇ ਚਰਨਾਂ ਵਿੱਚ ਆਇਆ ਹਾਂ। ਗੁਰੂ ਜੀ ਨੇ ਕਿਹਾ, ਨਾਪਾਕੀ ਵੱਲੋਂ ਮੰਤਵ ਕੇਵਲ ਜੀਵਾਣੂਆਂ ਅਤੇ ਕੀਟਾਣੂਆਂ ਨੂੰ ਸੁਰੱਖਿਅਤ ਕਰਨਾ ਹੁੰਦਾ ਹੈ, ਨਾ ਕਿ ਸਮਾਜ ਵਿੱਚ ਭੁਲੇਖੇ ਦਾ ਜਾਲ ਫੈਲਾਉਣਾ ਅਤੇ ਅਮੁੱਲ ਜੀਵਨ ਨੂੰ ਨਾਪਾਕੀ ਦੇ ਨਾਮ ਉੱਤੇ ਕਰਮਕਾਂਡਾਂ ਵਿੱਚ ਨਸ਼ਟ ਕਰਨਾ। ਜਦੋਂ ਲੰਗਰ ਵਿੱਚ ਸਾਰੇ ਸਮਾਜ ਦੇ ਸਿਹਤ ਦਾ ਧਿਆਨ ਰੱਖ ਕੇ ਭੋਜਨ ਤਿਆਰ ਕੀਤਾ ਜਾਂਦਾ ਹੈ ਅਤੇ ਸਾਰੇ ਵਰਗ ਦੇ ਲੋਕ ਉਸ ਦੇ ਅਧਿਕਾਰੀ ਹਨ, ਤਾਂ ਤੁਸੀਂ ਇੱਥੋਂ ਭੋਜਨ ਕਰਨ ਤੋਂ ਮਨਾਹੀ ਕਿਉਂ ਕਰ ਰਹੇ ਹੋ? ਸੰਨਿਆਸੀ ਨੂੰ ਆਪਣੀ ਰੂੜੀਵਾਦੀ ਵਿਚਾਰਧਾਰਾ ਖੋਖਲੀ ਦ੍ਰਿਸ਼ਟੀਮਾਨ ਹੋ ਰਹੀ ਸੀ। ਉਸਨੇ ਗੁਰੂ ਜੀ ਨੂੰ ਫਿਰ ਕਿਹਾ, ਮੈਨੂੰ ਮਾਫ਼ ਕਰ ਦਿਓ, ਮੈਨੂੰ ਗਿਆਨ ਦਿਓ। ਗੁਰੂ ਜੀ ਨੇ ਕਿਹਾ, ਗਿਆਨ ਮਿਲੇਗਾ, ਪਰ ਪਹਿਲਾਂ ਭਰਮ ਜਾਲ ਵਿੱਚੋਂ ਬਾਹਰ ਆਓ ਅਤੇ ਲੰਗਰ ਵਿੱਚ ਭੋਜਨ ਛਕ ਕੇ ਆਓ।
ਸੰਨਿਆਸੀ ਤੁਰੰਤ ਪਰਤ ਕੇ ਲੰਗਰ ਵਿੱਚ ਭੋਜਨ ਕਰਨ ਲਈ ਗਿਆ। ਸੇਵਾਦਾਰਾਂ ਨੇ ਉਸ ਨੂੰ ਬਹੁਤ ਆਦਰ ਭਾਵ ਨਾਲ ਭੋਜਨ ਛਕਾਇਆ। ਸੰਨਿਆਸੀ ਨੇ ਭੋਜਨ ਕਰਦੇ ਸਮੇਂ ਭੋਜਨ ਵਿੱਚ ਅਦਭੁਤ ਸਵਾਦ ਪਾਇਆ। ਉਸਨੇ ਜੀਵਨ ਵਿੱਚ ਪਹਿਲੀ ਵਾਰ ਇੰਨਾ ਸਵਾਦਿਸ਼ਟ ਭੋਜਨ ਛਕਿਆ ਸੀ, ਜਿਸ ਕਾਰਨ ਉਹ ਆਨੰਦਿਤ ਹੋ ਉੱਠਿਆ। ਜਦੋਂ ਉਹ ਫਿਰ ਗੁਰੂ ਜੀ ਦੇ ਸਾਹਮਣੇ ਮੌਜੂਦ ਹੋਇਆ ਤਾਂ ਉਸਦੇ ਜੀਵਨ ਵਿੱਚ ਕ੍ਰਾਂਤੀ ਆ ਚੁੱਕੀ ਸੀ। ਉਹ ਕਹਿਣ ਲੱਗਾ, ਕਿਰਪਾ ਕਰਕੇ ਮੈਨੂੰ ਸਦੀਵੀ ਗਿਆਨ ਪ੍ਰਦਾਨ ਕਰੋ। ਗੁਰੂ ਜੀ ਨੇ ਬਾਣੀ ਉਚਾਰਨ ਕੀਤੀ, ਭਗਤਾਂ ਦੀ ਚਾਲ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤਾ ਨਾਹੀ ਬੋਲਣਾ। ਖੰਨਿਓ ਤਿੱਖੀ ਵਾਲਹੁ ਨਿੱਕੀ ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਗੁਰੂ ਜੀ ਨੇ ਕਿਹਾ, ਜੋ ਮਨੁੱਖ ਆਤਮ ਮਾਰਗ ਦਾ ਯਾਤਰੀ ਬਣਨਾ ਚਾਹੁੰਦਾ ਹੈ, ਉਹ ਪੂਰਨ ਗੁਰੂ ਦੇ ਸਨਿਧਿਆ ਵਿੱਚ ਰਹਿ ਕੇ ਆਪਣੇ ਅਸਤਿਤਵ ਨੂੰ ਮਿੱਟੀ ਵਿੱਚ ਮਿਲਾ ਦੇਵੇ। ਭਾਵ ਇਹ ਹੈ ਕਿ ਮਨੁੱਖ ਆਪਣੇ ਅਹੰਕਾਰ ਭਾਵ ਨੂੰ ਖਤਮ ਕਰਕੇ, ਆਪਣੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਨੂੰ ਖਤਮ ਕਰਕੇ ਨਿਰਇੱਛੁਕ ਬਣ ਕੇ ਇੱਕ ਮੋਇਆ ਪ੍ਰਾਣੀ ਦੀ ਤਰ੍ਹਾਂ ਜੀਵਨ ਬਤੀਤ ਕਰੇ। ਇਹ ਰਸਤਾ ਬਹੁਤ ਔਖਾ ਹੈ, ਪਰ ਇਸ ਵਿੱਚ ਪ੍ਰਾਪਤੀਆਂ ਜ਼ਿਆਦਾ ਅਤੇ ਤੁਰੰਤ ਹਨ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।